ਜਿਹੜਾ ਜ਼ੁਲਮ ਹੋ ਰਿਹਾ ਮੁਸਲਮਾਨਾਂ ਤੇ ਸਿੱਖਾਂ ਤੇ ਘੱਟ ਗਿਣਤੀਆਂ ਤੇ ਉਹਦੇ ਖਿਲਾਫ ਸੀਸਗੰਜ ਸਾਹਿਬ ਸਾਡੀ ਪਾਰਟੀ ਦਿੱਲੀ ਜਾਊਗੀ, ਅਰਦਾਸ ਕਰਕੇ ਮਾਰਚ ਕਰੂਗੀ ਲਾਲ ਕਿਲੇ ਤੇ, ਜਿੱਥੋਂ ਆਰਡਰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦੇ ਔਰੰਗਜ਼ੇਬ ਨੇ ਦਿੱਤੇ ਸੀਗੇ। ਉੱਥੋਂ ਆਰਡਰ ਆਏ ਲਾਲ ਕਿਲੇ ਤੇ, ਉੱਥੇ ਜਾ ਕੇ ਫਿਰ ਅਸੀਂ ਨਿਸ਼ਾਨ ਸਾਹਿਬ ਉੱਥੇ ਚੜਾਵਾਂਗੇ ਔਰ ਅਸੀਂ ਪੂਰੀ ਤਰ੍ਹਾਂ ਸੇਵਾ ਕਰਾਂਗੇ ਲੋਕਾਂ ਦੀ ਔਰ ਬਿਲਕੁਲ ਅਨਿਆਏ ਇੰਡੀਆ ਦੇ ਵਿੱਚ ਨਹੀਂ ਹੋਣ ਦੇਣਾ। ਭਿੰਦਰਜੀਤ ਕੌਰ ਜੀ ਤੇ ਇੱਕ ਆ 2 ਸਾਲ ਦੀ ਬੇਟੀ ਯਸ਼ਵੀ ਕੌਰ ਜੀ। ਇੱਕ ਮੈਂ ਤੁਹਾਨੂੰ ਨਵੀਂ ਗੱਲ ਦੱਸਦਾ, ਜਿੱਦਾਂ ਦਾ ਪ੍ਰਧਾਨ ਸਾਹਿਬ ਨੇ ਐਲਾਨ ਕੀਤਾ ਇੱਕ ਨਵੀਂ ਦਸ਼ਾ ਆਈ ਹੈ ਜਿਸ ਦਿਨ ਦਾ, ਉਸ ਤੋਂ ਅਦਾਲਤਾਂ ਵੀ ਢਿੱਲੀਆਂ ਹੋ ਗਈਆਂ ਤੇ ਜਿਹੜੀ ਜ਼ਮਾਨਤ ਬੀਬੀਆਂ ਦੀ ਨਹੀਂ ਹੁੰਦੀ ਸੀ, ਬੀਬੀ ਦਸ਼ਾ ਦੀ ਤੇ ਹੋਰ ਦੂਸਰੀ ਬੀਬੀ ਦੀ, ਤੇ ਜ਼ਮਾਨਤਾਂ ਸ਼ੁਰੂ ਹੋ ਗਿਆ। ਅਖਲਾਕੀ ਤੌਰ ਤੇ ਜੇਲ੍ਹਾਂ ਦੇ ਵਿੱਚੋਂ ਨੌਜਵਾਨ ਆਉਣੇ ਸ਼ੁਰੂ ਹੋ ਗਿਆ। ਇਸ ਦਾ ਬਹੁਤ ਵੱਡਾ ਅਖਲਾਕੀ ਪ੍ਰਭਾਵ ਪਿਆ। ਛੋਟੀ ਬੇਬੀ ਵੀ ਗ੍ਰਿਫਤਾਰ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੈਸ ਨੂੰ ਅੱਜ ਤਕਲੀਫ ਦਿੱਤੀ ਹੈ ਕਿ ਜਿਹੜਾ 5 ਮੈਂਬਰੀ ਬੀਬੀਆਂ ਦਾ ਜਥਾ ਗ੍ਰਿਫਤਾਰ ਹੋਣ ਦੇ ਲਈ ਦਿੱਲੀ ਗਿਆ ਸੀ, ਉਹ ਅੱਜ ਵਾਪਸ ਪਰਤ ਕੇ ਆਇਆ। 2 ਤਰੀਕ ਨੂੰ ਇਹਨਾਂ ਨੇ ਪਾਰਲੀਮੈਂਟ ਦੇ ਅੱਗੇ ਗ੍ਰਿਫਤਾਰੀ ਦੇਣੀ ਸੀ, ਪਰ ਪੁਲਿਸ ਨੇ ਪਹਿਲਾਂ ਹੀ ਇਹਨਾਂ ਨੂੰ ਦਿੱਲੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਦਿੱਲੀ ਦੇ ਬਾਹਰ ਇਹਨਾਂ ਨੂੰ ਛੱਡਿਆ ਗਿਆ। ਜਦੋਂ ਇਹਨਾਂ ਨੂੰ ਗ੍ਰਿਫਤਾਰ ਪਾਰਲੀਮੈਂਟ ਦੇ ਅੱਗੇ ਨਹੀਂ ਕੀਤਾ, ਫਿਰ ਕੱਲ ਸਵੇਰੇ ਫਿਰ ਇਹ ਬੀਬੀਆਂ ਤੇ ਜਸਕਰਨ ਸਿੰਘ ਜੀ ਉੱਥੇ ਗਏ ਦਿੱਲੀ ਸਕੂਟਰ ਰਿਕਸ਼ਿਆਂ 'ਚ। ਪੁਲਿਸ ਨੂੰ ਪਤਾ ਨਹੀਂ ਲੱਗਿਆ ਤੇ ਇਹ ਰਕਾਬਗੰਜ ਸਾਹਿਬ ਗੁਰਦੁਆਰਾ ਪਹੁੰਚੇ, ਉੱਥੇ ਅਰਦਾਸ ਹੋਈ। ਉਸ ਤੋਂ ਮਗਰੋਂ ਇਹਨਾਂ ਨੇ ਨਾਅਰੇ ਮਾਰਦੇ ਹੋਏ ਪਾਰਲੀਮੈਂਟ ਦੇ ਵੱਲ ਚੱਲੇ, ਜਿੱਥੇ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ। ਇਹ 5 ਬੀਬੀਆਂ ਨੇ ਬਹੁਤ ਦਲੇਰੀ ਕੀਤੀ ਹੈ। ਇਹ ਸਾਰੀ ਕੌਮ ਨੂੰ ਦੱਸ ਰਹੀ ਹੈ ਕਿ ਜੇ ਅਸੀਂ ਗ੍ਰਿਫਤਾਰ ਹੋ ਰਹੇ ਹਾਂ, ਸਾਡੇ ਤਖਤਾਂ ਦੇ ਜਥੇਦਾਰ ਅਕਾਲ ਤਖਤ ਸਾਹਿਬ ਦੇ, ਕੇਸਗੜ੍ਹ ਸਾਹਿਬ ਦੇ, ਦਮਦਮਾ ਸਾਹਿਬ ਦੇ ਮੈਂਬਰ SGPC ਜਿਨ੍ਹਾਂ ਨੇ ਧਰਮ ਦੀ ਸੇਵਾ ਕਰਨੀ ਹੈ, ਉਹ ਅਜੇ ਕਿਉਂ ਆਪਣੀਆਂ ਕੁਰਸੀਆਂ ਤੇ ਬੈਠੇ ਹੈ, ਉਹ ਬਿਆਨ ਵੀ ਨਹੀਂ ਦਿੰਦੇ। ਇਹ ਅੱਜ ਦੀ ਸਾਰੀ ਗੱਲ ਹੈ। ਹੁਣ ਸਰਦਾਰ ਜਸਕਰਨ ਸਿੰਘ ਬੀਬੀਆਂ ਦੇ ਪਿੱਛੇ ਖੜੇ ਹੋ ਕੇ ਉਹਨਾਂ ਦੇ ਨਾਂ ਦੱਸਣਗੇ। ਫਿਰ ਜਿਹੜੇ ਲੀਡਰ ਹੈ ਇਸ ਜਥੇ ਦੇ, ਬੀਬੀ ਸੁਖਜੀਤ ਕੌਰ, ਉਹ ਵੀ ਤੁਹਾਡੇ ਨਾਲ ਗੱਲ ਕਰਨਗੇ। ਉੱਪਰ ਦੀ ਮਾਨ ਸਾਹਿਬ ਜਿਹੜੀ SGPC ਚੋਣਾਂ ਦੀ ਗੱਲ ਕੀਤੀ ਸੀ, ਉਹਦੇ ਹਾਂ SGPC ਦੀ ਗੱਲ ਕੱਲ ਅਸੈਂਬਲੀ ਦੇ ਵਿੱਚ ਮਤਾ ਪਾਸ ਕੀਤਾ ਗਵਰਨਮੈਂਟ ਨੇ ਕਿ SGPC ਦੀਆਂ ਇਲੈਕਸ਼ਨਾਂ ਨਹੀਂ ਹੋਈਆਂ। ਇਹ ਸਿੱਖ ਕੌਮ ਦੇ ਨਾਲ ਬਹੁਤ ਜ਼ਬਰ ਹੈ। ਸਾਡੇ ਧਰਮ ਦੀ ਆਜ਼ਾਦੀ ਦੇ ਉੱਤੇ, ਸਾਡੇ ਸਿੱਖਾਂ ਦੀ ਜਮਹੂਰੀਅਤ ਦੀ ਆਜ਼ਾਦੀ ਦੇ ਉੱਤੇ ਇਹ ਸਰਕਾਰਾਂ ਨੇ ਛਾਪੇ ਮਾਰੇ ਹੈ। 2011 ਦੇ ਵਿੱਚ ਇਲੈਕਸ਼ਨ ਹੋਏ ਸੀਗੇ। 5 ਸਾਲ SGPC ਦੀ ਮਿਆਦ ਹੈ। 2016 ਦੇ ਵਿੱਚ ਫੇਰ ਹੋਣੇ ਚਾਹੀਦੇ ਸੀ, ਜਿਹੜਾ ਮੋਦੀ ਸਰਕਾਰ ਨੇ ਨਹੀਂ ਕਰਾਏ ਹੈ। ਇਸ ਨੂੰ ਕਹਿੰਦੇ ਹੈ ਕਿ ਲੇਮ ਡਕ ਪਾਰਲੀਮੈਂਟ ਸਿੱਖਾਂ ਦੀ ਹੈ, ਜਿਹੜੀ ਸਭ ਤੋਂ ਏਸ਼ੀਆ ਤੋਂ ਪੁਰਾਣੀ ਇਹ SGPC ਸਾਡੀ ਪਾਰਲੀਮੈਂਟ ਹੈ। 1925 ਦੇ ਵਿੱਚ ਸਥਾਪਿਤ ਹੋਈ ਸੀ। ਏਸ਼ੀਆ 'ਚ ਸਭ ਤੋਂ ਪੁਰਾਣੀ ਪਾਰਲੀਮੈਂਟ ਹੈ। ਇਸ ਦੇ ਇਲੈਕਸ਼ਨ ਨਾ ਹੋਣੇ, ਬਾਦਲ ਦਲੀਆਂ ਨੂੰ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ 10 ਸਾਲ ਇਸ ਦੀ ਲੁੱਟਮਾਰ ਕੀਤੀ ਹੈ। ਇਹਦੀ ਗੋਲਕ ਦਾ ਪੈਸਾ, ਜਿਹੜਾ ਗਰੀਬ ਦਾ ਮੂੰਹ ਗੁਰੂ ਸਾਹਿਬ ਕਹਿੰਦੇ ਹੈ, ਉਹ ਇਹਨਾਂ ਨੇ ਆਪਣੇ ਬੋਝਿਆਂ 'ਚ ਤੇ ਆਪਣੇ ਇਲੈਕਸ਼ਨਾਂ ਦੇ ਵਿੱਚ
ਤੇ ਆਪਣੇ ਇਲੈਕਸ਼ਨਾਂ ਦੀਆਂ ਰੈਲੀਆਂ ਦੇ ਵਿੱਚ ਗੁਰੂ ਦਾ ਲੰਗਰ, ਇਹ ਸਾਰੀ ਬੇਅਦਬੀ ਬਾਦਲ ਸਾਹਿਬ ਨੇ ਤੇ ਸੁਖਬੀਰ ਸਿੰਘ ਨੇ ਕੀਤੀ ਹੈ। ਤੇ 328 ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਬੀੜਾਂ ਗੁਰੂ ਗ੍ਰੰਥ ਸਾਹਿਬ ਦੀਆਂ ਇਹਨਾਂ ਨੇ ਵੇਚਤੀਆਂ, ਗੁੰਮ ਕਰਤੀਆਂ। ਤੇ ਅੱਜ ਸਾਡਾ ਮੋਰਚਾ ਬੇਗੋਵਾਲ, ਜਿਹੜੇ ਮੈਡਮ ਜਗੀਰ ਕੌਰ ਹੁਣ ਪ੍ਰਧਾਨ ਬਣੇ ਹੈ SGPC ਦੇ, ਉਹਨਾਂ ਦੇ ਪਿੰਡ ਅੱਜ ਵੀ ਮੋਰਚਾ ਲੱਗਿਆ ਹੋਇਆ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਇਹ 328 ਮਹਾਰਾਜ ਦੀਆਂ ਬੀੜਾਂ ਕਿੱਥੇ ਨੇ, ਕਿੱਥੇ ਵੇਚੀਆਂ। ਨਹੀਂ ਤਾਂ ਤੁਸੀਂ ਪੁਲਿਸ ਨੂੰ ਰਿਪੋਰਟ ਕਰੋ, ਜਿਹੜੀ ਤਫਤੀਸ਼ ਕਰੇ ਤੇ ਸਿੱਖ ਕੌਮ ਨੂੰ ਇਹ ਆਪਣਾ ਇਨਸਾਫ ਮਿਲੇ। ਇਸੇ SGPC ਨੇ ਬਰਗਾੜੀ ਦੇ ਵਿੱਚ ਵੀ ਗੋਲੀ ਚਲਾਈ ਹੈ, ਕੋਟਕਪੂਰੇ ਵੀ ਚਲਵਾਈ ਹੈ ਬਾਦਲ ਸਾਹਿਬ ਨੇ। ਤੇ ਜਿੱਥੇ ਸੈਣੀ ਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਬੇਲਾਂ ਦੇ ਰਹੀ ਹੈ, ਇਹੋ ਜਿਹੇ ਜ਼ਾਲਮ ਆਦਮੀ ਨੂੰ ਬੇਲ ਦਾ ਮਤਲਬ ਨਹੀਂ ਹੈ। ਔਰ ਅਸੀਂ ਸਮਝਦੇ ਹਾਂ ਕਿ ਇਹ ਸਾਰੇ ਆਰਡਰ ਉਸ ਵੇਲੇ ਦੇ ਚੀਫ ਮਿਨਿਸਟਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਹੈ ਤੇ ਉਸ ਵੇਲੇ ਦੇ ਗ੍ਰਹਿ ਵਜ਼ੀਰ ਹੋਮ ਮਿਨਿਸਟਰ ਸੁਖਬੀਰ ਸਿੰਘ ਨੇ ਕੀਤੇ ਹੈ। ਤੇ ਉਹਨਾਂ ਨੂੰ ਵੀ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਸਿੱਖ ਕੌਮ ਦੇ ਅੱਗੇ ਤੇ ਅਦਾਲਤ ਦੇ ਅੱਗੇ ਉਹਨਾਂ ਨੂੰ ਪੇਸ਼ ਕੀਤਾ ਜਾਵੇ। ਠੀਕ ਹੈ, ਧੰਨਵਾਦ। ਤੇ ਕਿਸਾਨਾਂ ਦੀ ਗੱਲ ਹੈ, ਇੱਕ ਮਿੰਟ ਕਿਸਾਨ ਬਿਲਕੁਲ ਮੋਦੀ ਸਾਹਿਬ ਤੋਂ ਘੱਟ ਗੱਲ ਨਾ ਕਰਨ, ਕਿਉਂ ਕਰਕੇ ਬਹੁਤ ਇੰਟਰਨੈਸ਼ਨਲ ਮੁੱਦਾ ਹੈ। ਇੱਕ ਦੂਜੇ ਦੇ ਖਿਲਾਫ ਉਹ ਬਿਆਨਬਾਜ਼ੀ ਨਾ ਦੇਣ। ਸਾਰੇ ਅਸੀਂ ਕਿਸਾਨ ਹੈ, ਬੇਸ਼ੱਕ ਉਹ ਖਾਲਿਸਤਾਨੀ ਹੈਗੇ ਹੈ, ਬੇਸ਼ੱਕ ਉਹ ਕਾਮਰੇਡ ਹੈਗੇ ਹੈ, ਬੇਸ਼ੱਕ ਉਹ ਹਿੰਦੂ ਰਾਸ਼ਟਰ ਵਾਲੇ ਹੈਗੇ ਆ, ਪਰ ਹੈਗੇ ਸਾਰੇ ਕਿਸਾਨ ਹੈ। ਸੋ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਬੰਦ ਹੋਣੀ ਚਾਹੀਦੀ ਹੈ। ਸਾਰੇ ਇਕੱਠੇ ਹੋ ਕੇ ਇੱਕ ਆਵਾਜ਼ ਦੇ ਨਾਲ ਆਪਣੀਆਂ ਮੰਗਾਂ ਮੰਗੋ। ਤੇ 3 ਮੰਗਾਂ ਹੈਗੀਆਂ, ਇੱਕ MSP ਦੀ ਹੈ ਤੇ ਮੋਦੀ ਸਾਹਿਬ ਦੀ ਸਰਕਾਰ ਨੂੰ ਤੁਰੰਤ ਇਹਨਾਂ ਨੂੰ ਮਨਜ਼ੂਰ ਕਰਨਾ ਚਾਹੀਦਾ ਹੈ, ਨਹੀਂ ਤਾਂ ਇਸ ਦੇਸ਼ ਦੇ ਵਿੱਚ ਬਹੁਤ ਭਾਰੀ ਗੜਬੜ ਹੋਊਗੀ। ਅਸੀਂ ਬੜੇ ਖੁਸ਼ ਹਾਂ ਕਿ ਪਾਕਿਸਤਾਨ ਦੇ ਨਾਲ ਸੁਲ੍ਹਾ ਹੋ ਰਹੀ ਹੈ, ਪਰ ਦੂਜੇ ਪਾਸੇ ਕਸ਼ਮੀਰ ਦੇ ਵਿੱਚ 2019 ਤੋਂ ਬਾਅਦ ਜਦੋਂ ਕਸ਼ਮੀਰ ਨੂੰ ਤੋੜਿਆ ਗਿਆ ਹੈ, ਉੱਥੇ ਪੰਜਾਬੀ ਸਰਕਾਰੀ ਜ਼ਬਾਨ ਸੀ। ਮੈਂ ਮੋਦੀ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਸਿੱਖ ਕੌਮ ਨੇ 1819 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਕਸ਼ਮੀਰ ਨੂੰ ਫਤਿਹ ਕੀਤਾ ਸੀ। ਇਸ ਤੋਂ ਪਹਿਲਾਂ ਕਸ਼ਮੀਰ ਅਫਗਾਨਿਸਤਾਨ ਦਾ ਇੱਕ ਸੂਬਾ ਸੀਗਾ। ਇਹ ਬਹੁਤ ਵੱਡੀ ਗੱਲ ਕੀਤੀ ਹੈ। ਤੇ ਜਿਹੜਾ ਲਦਾਖ ਹੈ, ਉਹ ਮਹਾਰਾਜਾ ਰਣਜੀਤ ਸਿੰਘ ਦੀ ਫੌਜਾਂ ਨੇ 1834 ਦੇ ਵਿੱਚ ਫਤਿਹ ਕੀਤਾ ਸੀ। ਤੇ ਸਰਕਾਰ ਨੇ ਆਪ ਆਰਡਰ ਦਿੱਤੇ ਸੀਗੇ ਕਿ ਸਿੱਖ ਫੌਜਾਂ ਬਟਾਲੀਅਨ ਉੱਥੇ ਜਾਣ। ਚੀਨ ਦੀਆਂ ਫੌਜਾਂ ਦੇ ਅੱਗੇ ਉਹਨਾਂ ਨੇ ਨਿਸ਼ਾਨ ਸਾਹਿਬ ਚੜ੍ਹਾਤੇ, ਜਿਸ ਤੋਂ ਮਗਰੋਂ ਚੀਨ ਫੌਜਾਂ ਠੰਡੀਆਂ ਪੈ ਗਈਆਂ ਤੇ ਥੋੜ੍ਹੀ ਬਹੁਤੀ ਸੁਲ੍ਹਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ। ਤੇ ਜੇ ਸਾਡੇ ਸਿੰਘਾਂ ਨੇ ਲਾਲ ਕਿਲੇ ਦੇ ਉੱਤੇ 26 ਜਨਵਰੀ ਨੂੰ ਨਿਸ਼ਾਨ ਸਾਹਿਬ ਚੜ੍ਹਾਏ ਹੈ, ਕੋਈ ਜੁਰਮ ਨਹੀਂ ਕੀਤਾ। ਇਸ ਤੋਂ ਪਹਿਲਾਂ ਬਾਬਾ ਬਘੇਲ ਸਿੰਘ ਜੀ ਨੇ ਜਦੋਂ ਦਿੱਲੀ 1784-83 ਦੇ ਵਿੱਚ ਫਤਿਹ ਕੀਤੀ ਹੈ, ਲਾਲ ਕਿਲੇ ਦੇ ਉੱਤੇ ਨਿਸ਼ਾਨ ਸਾਹਿਬ ਚਾੜੇ ਗਏ ਸੀਗੇ। ਇਹ ਸਿੱਖਾਂ ਦੀ ਰਵਾਇਤ ਹੈ। ਤੇ ਹੁਣ ਜਿਹੜਾ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਜੇ ਇਹ ਕੇਸ ਵਾਪਸ ਨਾ ਲਏ ਗਏ, ਅਗਲਾ 5 ਮੈਂਬਰੀ ਜਥਾ ਸਾਡਾ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਤੋਂ ਰਵਾਨਾ ਹੋਊਗਾ 9 ਤਰੀਕ ਨੂੰ ਇਸ ਮਹੀਨੇ ਦੀ ਨੂੰ। ਤੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਦੂਜਾ ਜਥਾ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਬੀਬੀ ਸੁਖਜੀਤ ਕੌਰ ਦੀ ਅਗਵਾਈ ਦੇ ਵਿੱਚ, ਜੋ ਬਰਨਾਲਾ ਜ਼ਿਲ੍ਹੇ ਦੀ ਪ੍ਰਧਾਨ ਹੈ, ਬੀਬੀ ਹਰਪਾਲ ਕੌਰ ਜੀ ਜੋ ਸੰਗਰੂਰ ਜ਼ਿਲ੍ਹੇ ਦੀ ਪ੍ਰਧਾਨ ਹੈ, ਬੀਬੀ ਗੁਰਮੀਤ ਕੌਰ ਜੀ ਜੋ ਮਖੂ ਤੋਂ ਨੇ, ਬੀਬੀ ਹਰਜੀਤ ਕੌਰ
ਗੋਬਿੰਦਗੜ੍ਹ ਤੋਂ ਨੇ ਤੇ ਬੀਬੀ ਭਿੰਦਰਜੀਤ ਕੌਰ ਜੀ, ਉਹਨਾਂ ਦੇ ਨਾਲ 2 ਸਾਲ ਦੀ ਬੱਚੀ ਜਸਵੀ ਕੌਰ ਜੀ। ਜਥਾ ਬੜਾ ਦਲੇਰੀ ਨਾਲ ਗਿਆ, ਗ੍ਰਿਫਤਾਰੀ ਵੀ ਹੋਈ, ਜਕਾਰੇ ਨਾਰੇ ਲਾਏ, ਰਿਹਾਈ ਕਈ, ਰਾਜ ਕਰੇਗਾ ਖਾਲਸਾ, ਪੰਥ ਕੀ ਜੀਤ, ਸਿਮਰਨਜੀਤ ਸਿੰਘ ਮਾਨ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਸਾਰਿਆਂ ਦੇ ਉੱਥੇ ਬੀਬੀਆਂ ਨੇ ਨਾਰੇ ਲਾਏ। ਪਹਿਲਾਂ ਗ੍ਰਿਫਤਾਰ ਕਰ ਲਿਆ, ਉਸ ਤੋਂ ਬਾਅਦ ਰਕਾਬਗੰਜ ਅਰਦਾਸ ਕਰਕੇ ਇਹਨਾਂ ਨੇ ਗ੍ਰਿਫਤਾਰੀ ਦੇ ਕੇ ਇਤਿਹਾਸ ਕੀਤਾ। ਪਰ ਇਹਦੇ ਨਾਲ ਜਦੋਂ ਦਾ ਪ੍ਰਧਾਨ ਸਾਹਿਬ ਨੇ ਐਲਾਨ ਕੀਤਾ, ਮੈਂ ਤੁਹਾਨੂੰ ਦੱਸਣਾ ਗ੍ਰਿਫਤਾਰੀਆਂ ਦਾ ਦੌਰ ਸ਼ੁਰੂ ਹੋ ਗਿਆ। ਜਿਹੜੀਆਂ 2 ਬੀਬੀਆਂ ਫੜੀਆਂ ਸੀ ਬੀਬੀ ਦਿਸ਼ਾ, ਉਹਨਾਂ ਦੀਆਂ ਅਦਾਲਤਾਂ ਨੇ ਫਟਾਫਟ ਜ਼ਮਾਨਤਾਂ ਲੈਣੀਆਂ ਸ਼ੁਰੂ ਕੀਤੀਆਂ। ਇਹਦਾ ਅਖਲਾਕੀ ਫਰਜ਼ ਹੈ। ਇੱਕ ਪ੍ਰਧਾਨ ਸਾਹਿਬ ਦੀ ਹੋਰ ਜਿੱਤ ਹੋਈ ਹੈ ਕਿ ਮੋਦੀ ਕਿੱਥੇ ਤੇ ਕਹਿੰਦਾ ਡਰਾਉਂਦਾ ਸੀ, ਇਹ ਜਦੋਂ ਬੀਬੀਆਂ ਗਈਆਂ ਉਹਦੇ ਹੱਥ ਖੜੇ ਹੋ ਕੇ ਗ੍ਰਿਫਤਾਰੀ ਕਰ ਨਹੀਂ ਸਕਿਆ, ਕਿਉਂਕਿ ਇਹਦੀ ਅਖਲਾਕੀ ਜਿੱਤ। ਤੇ ਅਗਲਾ ਜੱਥਾ ਕਦੋਂ ਜਾਏਗਾ? ਅਗਲਾ ਜੱਥ ਪ੍ਰਧਾਨ ਸਾਹਿਬ ਜੀ ਨੇ ਜਿਹੜਾ 9 ਤਰੀਕ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਕੇਸਗੜ੍ਹ ਸਾਹਿਬ ਤੋਂ ਉਹ 12 ਵਜੇ ਜਥਾ ਦਾ ਮਾਨ ਸਾਹਿਬ ਆਪ ਤੁਰਨਗੇ।